ਸਤਿ ਸ਼੍ਰੀ ਅਕਾਲ, ਨਮਸਕਾਰ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ। ਉਹ ਹੈ 11ਵੀਂ ਕਲਾਸ ਵਿੱਚ ਸੂਫੀ ਕਵੀ ਸ਼ਾਹ ਹੁਸੈਨ ਜੀ ਦੀ ਕਾਫੀਆਂ ਦਾ ਅਸੀਂ ਅੱਜ ਅਧਿਐਨ ਕਰਾਂਗੇ। ਸ਼ਾਹ ਹੁਸੈਨ ਜੀ ਬਹੁਤ ਹੀ ਪ੍ਰਸਿੱਧ ਸੂਫੀ ਕਵੀ ਹੋਏ ਹਨ, ਜਿਨ੍ਹਾਂ ਨੇ ਕਿ ਲਗਭਗ 162 ਜਿਹੜੀਆਂ ਕਿ ਕਾਫੀਆਂ ਲਿਖੀਆਂ ਹਨ ਔਰ ਬਹੁਤ ਹੀ ਸੁੰਦਰ ਕਾਫੀਆਂ। ਉਹਨਾਂ ਦੀ ਸਾਰੀ ਕਾਫੀਆਂ ਸਰਲ ਭਾਸ਼ਾ ਵਿੱਚ ਲਿਖੀਆਂ ਹੋਈਆਂ ਹਨ ਔਰ ਜਲਦੀ ਸਮਝ ਆਉਣ ਵਾਲੀਆਂ ਹਨ। ਔਰ ਨਾਲ ਇਹਨਾਂ ਦੀ ਕਾਫੀ ਵਿੱਚ ਜ਼ਿੰਦਗੀ ਦੇ ਕੂੜ ਰਹੱਸ, ਜ਼ਿੰਦਗੀ ਦੀ ਅਟਲ ਸੱਚਾਈਆਂ ਬਾਰੇ ਬਿਆਨ ਕੀਤਾ ਹੋਇਆ ਹੈ। ਜਿਹੜੇ ਸ਼ਾਹ ਹੁਸੈਨ ਜੀ ਸੀ, ਉਹਨਾਂ ਨੇ 10 ਸਾਲ ਦੀ ਉਮਰ ਵਿੱਚ ਹੀ ਨਾ ਜਿਹੜਾ ਮੁਸਲਮਾਨਾਂ ਦਾ ਗ੍ਰੰਥ ਹੁੰਦਾ ਕੁਰਾਨ ਸ਼ਰੀਫ, ਉਸ ਨੂੰ ਜ਼ੁਬਾਨੀ ਯਾਦ ਕਰ ਲਿਆ ਸੀ। ਔਰ 13 ਸਾਲ ਦੀ ਉਮਰ ਵਿੱਚ ਇਹਨਾਂ ਨੇ ਆਪਣਾ ਘਰ-ਬਾਰ ਸਭ ਛੱਡ ਕੇ ਜਿਹੜੇ ਮੁਸਲਮਾਨਾਂ ਦੇ ਸ਼ਰ੍ਹਾ ਦੇ ਬੰਧਨ ਹੁੰਦੇ ਉਹਨਾਂ ਨੂੰ ਸਭ ਨੂੰ ਤਿਆਗ ਕੇ ਇੱਕ ਸੂਫੀ ਫਕੀਰ ਬਣ ਗਏ ਸੀ। ਔਰ ਇਹਨਾਂ ਨੇ ਜ਼ਿੰਦਗੀ ਦੇ ਸੱਚਾਈਆਂ ਬਾਰੇ ਜਿਹੜੀ ਕਿ ਕਾਫੀਆਂ ਲਿਖੀਆਂ ਸਨ। ਬਹੁਤ ਆਸਾਨ ਭਾਸ਼ਾ 'ਚ ਨੇ, ਸਰਲ ਨੇ। ਉਮੀਦ ਕਰ ਰਹੀ ਤੁਹਾਨੂੰ ਜਲਦੀ ਸਮਝ ਵੀ ਆ ਜਾਣਗੀਆਂ। ਔਰ ਬੱਚਿਓ, ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਜਿਹੜਾ ਵੀ ਚੈਪਟਰ ਤੁਹਾਨੂੰ ਕਰਾ ਰਹੀ ਹਾਂ, ਪਾਠ ਕਰਾ ਰਹੀ, ਉਹਦੇ ਨਾਲ ਨਾਲ ਉਹਦੇ ਪ੍ਰਸ਼ਨ ਉੱਤਰ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ, ਤਾਂ ਕਿ ਤੁਹਾਨੂੰ ਜਿਹੜਾ ਚੈਪਟਰ ਹੈ ਚੰਗੀ ਤਰ੍ਹਾਂ ਹੀ ਯਾਦ ਹੋ ਸਕੇ। ਸੋ ਅੱਜ ਅਸੀਂ ਅਧਿਐਨ ਕਰਾਂਗੇ 11ਵੀਂ ਕਲਾਸ ਦੇ ਵਿੱਚ ਸ਼ਾਹ ਹੁਸੈਨ ਜੀ ਦੀ ਰਚਨਾ, ਉਸ ਦਾ ਜੋ ਪਹਿਲਾ ਪੈਰਾ ਕੁਝ ਇਸ ਤਰ੍ਹਾਂ ਹੈ। ਅਸਾਂ ਬਹੁੜ ਨਾ ਦੁਨੀਆ ਆਵਣਾ। ਬਹੁੜ ਦਾ ਮਤਲਬ ਹੁੰਦਾ ਦੁਬਾਰਾ। ਦੁਨੀਆ ਇਸ ਸੰਸਾਰ, ਆਉਣਾ ਮਤਲਬ ਆਉਣਾ। ਕਿ ਕਹਿ ਰਹੇ ਨੇ ਕਿ ਅਸੀਂ ਇੱਕ ਵਾਰੀ ਇਸ ਸੰਸਾਰ ਵਿੱਚ ਆਏ ਹਾਂ, ਅਸੀਂ ਦੁਬਾਰਾ ਨਹੀਂ ਇਸ ਸੰਸਾਰ ਵਿੱਚ ਆਉਣਾ ਹੈਗਾ। ਅਸੀਂ ਇੱਕ ਵਾਰੀ ਆ ਕੇ ਇੱਥੋਂ ਵਾਪਿਸ ਚਲੇ ਜਾਂਦੇ ਹਾਂ, ਫਿਰ ਦੁਬਾਰਾ ਜਿਹੜਾ ਨਹੀਂ ਆਉਣਾ ਹੈਗਾ। ਸਦਾ ਨਾ ਫੁੱਲਨ ਤੋਰੀਆਂ। ਜਿਸ ਤਰ੍ਹਾਂ ਕਹਿੰਦੇ ਕਿ ਤੋਰੀ ਜਿਹੜੀ ਵੀ ਕਿਸੇ ਚੀਜ਼ ਦੀ ਵੇਲ ਲੱਗਦੀ ਹੈ, ਤੋਰੀ ਲੱਗਦੀ, ਜਿਹੜੇ ਫੁੱਲ ਲੱਗਦੇ ਨੇ ਸਦਾ ਪੱਕੇ ਖਿੜੇ ਨਹੀਂ ਰਹਿੰਦੇ। ਕੋਈ ਵੀ ਫੁੱਲ ਹੁਣ ਪੱਕੇ ਜਿਹੜੇ ਕਿ ਖਿੜੇ ਨਹੀਂ ਰਹਿੰਦੇ। ਸਦਾ ਨਹੀਂ ਲੱਗਦੇ ਸਾਵਣਾ, ਕਿ ਜਿਹੜਾ ਸਾਵਨ ਦਾ ਮਹੀਨਾ ਪੱਕਾ ਨਹੀਂ ਰਹਿੰਦਾ। ਬਾਰਿਸ਼ਾਂ ਹਮੇਸ਼ਾ ਪੱਕੀਆਂ ਨਹੀਂ ਰਹਿੰਦੀਆਂ, ਨਾ ਪਤਝੜ, ਨਾ ਸਾਵਨ, ਨਾ ਸਰਦੀ ਗਰਮੀ। ਇੱਕ ਮੌਸਮ ਹਮੇਸ਼ਾ ਨਹੀਂ ਰਹਿੰਦਾ। ਜਿਹੜਾ ਆਇਆ ਹੈ ਉਹਨੇ ਜਾਣਾ ਹੀ ਜਾਣਾ ਹੈ। ਮਤਲਬ ਕਿ ਸ਼ਾਹ ਹੁਸੈਨ ਜੀ ਨੇ ਨਾਸ਼ਮਾਨਤਾ ਦੀ ਗੱਲ ਕੀਤੀ ਕਿ ਜੋ ਵੀ ਸੰਸਾਰ ਵਿੱਚ ਆਇਆ ਉਸਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੈ, ਜਾਣਾ ਹੀ ਹੈ। ਸੋਈ ਕੰਮ ਵਿਚਾਰ ਕੇ ਕੀਜੀਏ, ਕਿ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇੱਕ ਵਾਰੀ ਸੰਸਾਰ 'ਚ ਕਿ ਦੁਬਾਰਾ ਨਹੀਂ ਆਣਾ, ਹਰ ਚੀਜ਼ ਨੇ ਖਤਮ ਹੋਣਾ ਹੀ ਹੈ, ਤਾਂ ਸਾਰੇ ਆਪਣੇ ਜਿਹੜੇ ਕਰਮ ਅਸੀਂ ਕਰਦੇ ਹਾਂ ਉਹਨਾਂ ਨੂੰ ਵਿਚਾਰ ਕੇ ਕਰਨਾ ਚਾਹੀਦਾ। ਮਾੜੇ ਕਰਮ ਨਹੀਂ ਕਰਨੇ ਚਾਹੀਦੇ। ਜਾਂ ਤੇ ਅੰਤ ਨਹੀਂ ਪਛਤਾਵਣਾ, ਕਿ ਫਿਰ ਅੰਤ ਵੇਲੇ ਪਛਤਾਉਣਾ ਪੈਂਦਾ ਹੈ। ਜਿਵੇਂ ਉਦਾਹਰਨ ਦੇ ਸਕਦੀ ਹਾਂ ਕਿ ਜਿਵੇਂ ਸਾਰਾ ਸਾਲ ਬੱਚੇ ਜਿਹੜੇ ਨਹੀਂ ਪੜ੍ਹਦੇ, ਪੇਪਰਾਂ ਵਿੱਚ ਤਿਆਰੀ ਨਹੀਂ ਕਰਦੇ, ਟੀਚਰ ਦੇ ਬਾਰ-ਬਾਰ ਕਹਿਣ 'ਤੇ, ਮਾਂ-ਬਾਪ ਦੇ ਬਾਰ-ਬਾਰ ਕਹਿਣ 'ਤੇ ਨਹੀਂ ਪੜ੍ਹਦੇ, ਤੇ ਅੰਤ ਵਿੱਚ ਕੀ ਹੁੰਦਾ, ਸਾਲ ਦੇ ਅੰਤ 'ਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ। ਬੱਚਿਆਂ ਨੂੰ ਤਾਂ ਫਿਰ ਮੌਕਾ ਮਿਲ ਜਾਂਦਾ ਹੈ ਕਿ ਦੁਬਾਰਾ ਉਸੇ ਸਾਲ, ਅਗਲੇ ਸਾਲ ਉਸੇ ਕਲਾਸ 'ਚ ਐਡਮਿਸ਼ਨ ਲੈਣ ਦੀ। ਲੇਕਿਨ ਅਗਰ ਅਸੀਂ ਇਸ ਸੰਸਾਰ 'ਚੋਂ ਚਲੇ ਗਏ ਤਾਂ ਸਾਨੂੰ ਦੁਬਾਰਾ ਜਿਹੜਾ ਮੌਕਾ ਨਹੀਂ ਮਿਲਦਾ ਆਪਣੇ ਕਰਮ ਸੁਧਾਰਨ ਦਾ। ਇਸ ਲਈ ਸਾਨੂੰ ਆਪਣੇ ਕਰਮ ਜਿਹੜੇ ਨੇ, ਕੰਮ ਜੋ ਵੀ ਅਸੀਂ ਕਰਦੇ ਹਾਂ, ਸੋਚ ਸਮਝ ਕੇ ਕਰਨੇ ਚਾਹੀਦੇ ਹਨ। ਕਹੇ ਸ਼ਾਹ ਹੁਸੈਨ ਸੁਣਾ ਕੇ ਅਸਾਂ ਖਾਕ ਦੇ ਨਾਲ ਸਮਾਵਣਾ। ਖਾਕ ਹੁੰਦੀ ਹੈ ਮਿੱਟੀ। ਕਿ ਸ਼ਾਹ ਹੁਸੈਨ ਜੀ ਸਭ ਨੂੰ ਗਾ ਗਾ ਕੇ ਸੁਣਾ ਕੇ ਕਹਿ ਰਹੇ ਹਨ ਕਿ ਅੰਤ ਵਿੱਚ ਇਨਸਾਨ ਨੇ ਕਿਸ ਵਿੱਚ ਮਿਲ ਜਾਣਾ ਹੈ, ਖਾਕ ਵਿੱਚ, ਮਿੱਟੀ ਵਿੱਚ। ਕੋਈ ਜਿਸ ਤਰ੍ਹਾਂ ਕਿ ਕੁਝ ਧਰਮਾਂ ਵਿੱਚ ਜਲਾ ਦਿੰਦੇ ਨੇ, ਅੰਤਮ ਵਿੱਚ ਜਿਹੜਾ ਜਦੋਂ ਇਨਸਾਨ ਦੀ ਆਤਮਾ ਜਿਹੜੀ ਸਰੀਰ ਨੂੰ ਛੱਡ ਜਾਂਦੀ ਉਸ ਨੂੰ ਜਲਾ ਦਿੰਦੇ ਨੇ, ਕੁਝ ਮਿੱਟੀ ਦੇ ਵਿੱਚ ਦਬਾ ਦਿੰਦੇ ਨੇ। ਮਤਲਬ ਅੰਤ ਵਿੱਚ ਇਨਸਾਨ ਦਾ ਸਰੀਰ ਮਿਲਦਾ ਕਿਸ ਵਿੱਚ ਜਾ ਕੇ, ਮਿੱਟੀ ਦੇ ਵਿੱਚ। ਸੋ ਆਪਣੇ ਕਰਮ ਜਿਹੜੇ ਨੇ ਸਾਨੂੰ ਆਪਣੀ ਜ਼ਿੰਦਗੀ 'ਤੇ ਜੋ ਵੀ ਅਸੀਂ ਕੰਮ ਕਰਦੇ ਸੋਚ ਸਮਝ ਕੇ ਕਰਨੇ ਚਾਹੀਦੇ ਨੇ, ਨਾ ਕੋਈ ਮਾੜੇ ਕੰਮ ਨਹੀਂ ਕਰਨੇ ਚਾਹੀਦੇ। ਸੋ ਅਗਲਾ ਪੈਰਾ ਹੈ ਸ਼ਾਹ ਹੁਸੈਨ ਜੀ ਦਾ, ਜਿੱਥੇ ਕਹਿ ਰਹੇ ਨੇ ਇੱਥੇ ਰਹਿਣਾ ਨਹੀਂ। ਇੱਥੇ ਮਤਲਬ ਇਹ ਸੰਸਾਰ, ਰਹਿਣਾ ਮਤਲਬ ਇੱਥੇ ਪਰਮਾਨੈਂਟ, ਪੱਕੇ ਤੌਰ 'ਤੇ ਕਿਸੇ ਨੇ ਨਹੀਂ ਰਹਿਣਾ। ਕੋਈ ਬਾਤ ਚੱਲਣ ਦੀ ਕਰ ਹੋ, ਮਤਲਬ ਅਸੀਂ ਆਮ ਸੰਸਾਰੀ ਲੋਕ ਸੋਚਦੇ ਹਾਂ ਅਸੀਂ ਅੱਜ ਆ ਕੀਤਾ, ਅਗਲੇ ਸਾਲ ਇੱਥੇ ਘੁੰਮਣ ਜਾਵਾਂਗੇ, ਫਿਰ ਉੱਥੇ ਘੁੰਮਣ ਜਾਵਾਂਗੇ, ਹੁਣ ਅਸੀਂ ਆਹ ਕਰਾਂਗੇ। ਮਤਲਬ ਅਸੀਂ ਇਸ ਤਰ੍ਹਾਂ ਗੱਲਾਂ ਕਰਦੇ ਜਿਵੇਂ ਅਸੀਂ ਪਰਮਾਨੈਂਟ ਪੱਕੇ ਇੱਥੇ ਦੁਨੀਆ 'ਚ ਰਹਿਣ ਵਾਸਤੇ ਆਏ ਹਾਂ। ਅਤੇ ਕੋਈ ਇਹ ਨਹੀਂ ਕਹਿੰਦਾ ਕਿ ਹਾਏ ਸਾਡੀ ਮੌਤ ਆ ਜਾਏਗੀ, ਅਸੀਂ ਮਰ ਜਾਵਾਂਗੇ, ਜਦੋਂ ਰੱਬ ਦੇ ਘਰ ਜਾਵਾਂਗੇ ਫਿਰ ਸਾਡੇ ਉੱਥੇ ਅਮਲਾਂ ਦੇ ਨਿਬੇੜੇ ਹੋਣਗੇ, ਸਾਡੇ ਕਰਮ ਪੁੱਛੇ ਜਾਣਗੇ, ਤਾਂ ਅਸੀਂ ਕੀ ਜਵਾਬ ਦੇਵਾਂਗੇ। ਕੋਈ ਵੀ ਇਨਸਾਨ ਹੈ ਜਿਹੜਾ ਸਿਰਫ ਜ਼ਿੰਦਗੀ 'ਚ ਕੀ ਕਰਨਾ, ਮੈਂ ਵੱਡਾ ਘਰ ਬਣਾਉਣਾ, ਮੈਂ ਨਵੇਂ ਕੱਪੜੇ ਸਵਾਉਣੇ, ਮੈਂ ਇੰਝ ਕਰਨਾ, ਇਸ ਦੀਆਂ ਗੱਲਾਂ ਕਰਦੇ, ਕੋਈ ਮਰਨ ਦੀ ਗੱਲ ਨਹੀਂ ਕਰਦਾ। ਸੋ ਇੱਥੇ ਕਹਿ ਰਹੇ ਨੇ ਸ਼ਾਹ ਹੁਸੈਨ ਜੀ ਇੱਥੇ ਰਹਿਣਾ ਨਹੀਂ, ਕਿ ਇੱਥੇ ਪਰਮਾਨੈਂਟ ਪੱਕੇ ਤੌਰ 'ਤੇ ਰਹਿਣਾ ਨਹੀਂ। ਕੋਈ ਬਾਤ ਚੱਲਣ ਦੀ ਕਰ ਵੋ, ਕਿ ਜਾਣ ਦੀ ਵੀ ਕੋਈ ਗੱਲ ਕਰ ਲਓ ਕਿ ਜਦੋਂ ਸੰਸਾਰ ਵਿੱਚ ਜਾਵਾਂਗੇ ਤਾਂ ਆਪਣੇ ਕਰਮ ਕਿਹੜੇ ਨਾਲ ਲੈ ਕੇ ਜਾਵਾਂਗੇ। ਵੱਡੇ ਉੱਚੇ ਮਹਿਲ ਉਸਾਰੀਏ, ਕਿ ਅਸੀਂ ਵੱਡੇ ਵੱਡੇ ਆਪਣੇ ਘਰ ਬਣਾਉਂਦੇ ਰਹਿੰਦੇ ਹਾਂ, 2 ਮੰਜ਼ਲਾ 3 ਮੰਜ਼ਲਾ ਨਵਾਂ ਘਰ ਬਣਾ ਲਈਏ, ਇਸ ਘਰ 'ਚ ਆਹ ਲਾ ਲਈਏ, ਉਹ ਲਾ ਲਈਏ। ਗੌਰ ਨਿਮਾਣੀ ਘਰ ਵੇ। ਗੌਰ ਹੁੰਦੀ ਹੈ ਕਬਰ, ਕਿ ਸਾਡੀ ਅੰਤ ਵਿੱਚ ਸਾਡਾ ਅਸਲੀ ਘਰ ਕਿਹੜਾ ਹੈ, ਗੌਰ, ਯਾਨੀ ਕਿ ਕਬਰ। ਕਬਰ ਜਾਂ ਕਹਿ ਲਓ ਕਿ ਸਾਡਾ ਸ਼ਮਸ਼ਾਨ ਭੂਮੀ ਜਿਹੜੀ ਹੈ, ਸ਼ਮਸ਼ਾਨ ਘਾਟ ਹੈ, ਜਿੱਥੇ ਸਾਨੂੰ ਜਲਾਇਆ ਜਾਏਗਾ, ਉਹੀ ਸਾਡਾ ਅਸਲੀ ਘਰ ਹੈ। ਜਿਸ ਦੇਹੀ ਦਾ, ਦੇਹੀ ਮਤਲਬ ਸਰੀਰ, ਜਿਸ ਦੇਹੀ ਦਾ ਤੂੰ ਮਾਣ ਕਰੇ ਨੇ, ਜਿਸ ਸਰੀਰ ਦਾ ਤੂੰ ਮਾਣ ਕਰਦਾ ਕਿ ਇਸ ਸਰੀਰ 'ਤੇ ਮੈਂ ਇਹਨੂੰ ਸੁੰਦਰ ਬਣਾਉਣ ਵਾਸਤੇ, ਇਹਨੂੰ ਸਜਾਉਣ ਵਾਸਤੇ ਆਹ ਮੂੰਹ 'ਤੇ ਲਾ ਲਾਂ ਜਾਂ ਮੈਂ ਇੰਝ ਦੇ ਕੱਪੜੇ ਪਾ ਲਾਂ। ਜਿਉਂ ਪਰਛਾਵੇਂ ਟਰ ਹੋ, ਕਹਿੰਦੇ ਜਿਵੇਂ ਪਰਛਾਈ ਰਾਤ ਹੁੰਦੇ, ਸਾਹ ਦੀ ਪਰਛਾਈ ਖਤਮ ਹੋ ਜਾਂਦੀ ਨਾ, ਸਾਡਾ ਪਰਛਾਵਾਂ ਦਿਨ ਵਿੱਚ ਸਾਡੇ ਨਾਲ ਹੁੰਦਾ, ਲੇਕਿਨ ਸ਼ਾਮ ਹੁੰਦੇ ਸਾਰੇ ਸਾਡੇ ਪਰਛਾਵੇਂ ਖਤਮ ਹੋ ਜਾਂਦੇ ਨੇ। ਉਸੇ ਤਰ੍ਹਾਂ ਕਹਿੰਦੇ ਜਿਸ ਸਰੀਰ ਦਾ ਤੂੰ ਮਾਣ ਕਰਨਾ, ਇਹ ਕੁਛ ਦਿਨ ਦਾ ਇਹਦੇ 'ਚ ਖੂਬਸੂਰਤੀ ਆਉਂਦੀ, ਅੰਤ ਵਿੱਚ ਇਸਨੇ ਬੁਢਾਪਾ ਆ ਜਾਣਾ, ਇਸਨੇ ਮੁਰਝਾ ਜਾਣਾ ਔਰ ਅੰਤ ਵਿੱਚ ਇਸਨੇ ਮਿੱਟੀ ਵਿੱਚ ਮਿਲ ਜਾਣਾ। ਤਾਂ ਸਰੀਰ ਦਾ ਮਾਣ ਨਹੀਂ ਕਰਨਾ ਚਾਹੀਦਾ ਵੀ।
ਛੋੜ ਤ੍ਰਿਖਾਏ, ਤ੍ਰਿਖਾਏ ਹੁੰਦੀ ਹੈ ਆਪਣੀ ਤ੍ਰਿਸ਼ਨਾ, ਸਾਡੀਆਂ ਇੱਛਾਵਾਂ ਕਿ ਮੈਂ ਆਹ ਲੈਣਾ, ਮੈਂ ਇੰਨਾ ਮਹਿੰਗਾ ਫੋਨ ਲੈਣਾ, ਮੈਂ ਇੰਨਾ ਮਹਿੰਗਾ ਸੂਟ ਲੈਣਾ, ਮੈਂ ਆਹ ਕਾਰ ਲੈਣਾ, ਮੈਂ ਆਹ ਗੱਡੀ ਲੈਣੀ। ਛੋੜ ਤ੍ਰਿਖਾਏ, ਇਹਨਾਂ ਮੈਂ ਆਪਣੀ ਤ੍ਰਿਸ਼ਨਾਵਾਂ ਨੂੰ ਤਿਆਗ ਦੇ, ਇਹਨਾਂ ਜਿਹੜੀ ਇੱਛਾਵਾਂ ਇਹਨਾਂ ਨੂੰ ਖਤਮ ਕਰ ਦੇ। ਪਕੜ ਹਲੀਮੀ, ਹਲੀਮੀ ਮਤਲਬ ਨਿਮਰਤਾ, ਨਿਮਰਤਾ ਨੂੰ ਫੜ ਕੇ ਰੱਖ ਕਿ ਆਪਣੀ ਫਾਲਤੂ ਦੀ ਜਿਹੜੀ ਜ਼ਰੂਰੀ ਜਿਹੜੀ ਸਾਡੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਤਾਂ ਹੋਣੀ ਚਾਹੀਦੀ, ਪਰ ਫਾਲਤੂ ਦੀ ਇੱਛਾਵਾਂ ਨਾ ਕਰਕੇ ਹਲੀਮੀ ਨਿਮਰਤਾ ਨੂੰ ਧਾਰਨ ਕਰ ਆਪਣੇ ਅੰਦਰ। ਪੈ ਸਾਹਿਬ ਤੇ ਡਰਵੇ, ਪੈ ਮਤਲਬ ਡਰਨਾ, ਸਾਹਿਬ ਇੱਥੇ ਕਿਹਾ ਗਿਆ ਹੈ ਪਰਮਾਤਮਾ ਤੋਂ। ਇਨਸਾਨ ਨੂੰ ਪਰਮਾਤਮਾ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਸਾਨੂੰ ਹਰ ਜਗ੍ਹਾ ਵੇਖਦਾ ਹੈ, ਸਾਡੇ ਕਰਮਾਂ ਦਾ ਸਾਰਾ ਲੇਖਾ ਜੋਖਾ ਰੱਖਦਾ ਕਿ ਅਸੀਂ ਕੀ ਕਰ ਰਹੇ ਹਾਂ। ਕਹੇ ਹੁਸੈਨ ਹਯਾਤੀ ਲੋੜੇ ਤਾਂ ਮਰਨ ਥੀ ਅੱਗੇ ਮਰਵੇ। ਸ਼ਾਹ ਹੁਸੈਨ ਜੀ ਇਸ ਲਾਸਟ ਲਾਈਨ ਵਿੱਚ ਕਹਿ ਰਹੇ ਹਨ, ਕਹੇ ਹੁਸੈਨ ਹਯਾਤੀ ਲੋੜ ਹੈ ਕਿ ਇਸ ਇਨਸਾਨ ਨੂੰ ਜਿਹੜਾ ਹੈ ਹਯਾਤੀ ਹੁੰਦੀ ਹੈ ਜ਼ਿੰਦਗੀ, ਕਿ ਜੇਕਰ ਤੂੰ ਚਾਹੁੰਦਾ ਹੈ ਕਿ ਤੂੰ ਚੰਗੀ ਜ਼ਿੰਦਗੀ ਜੀਵੇ, ਜ਼ਿੰਦਗੀ ਜੀਣਾ ਚਾਹੁੰਦਾ ਤਾਂ ਤੈਨੂੰ ਮੌਤ ਆਉਣ ਤੋਂ ਪਹਿਲਾਂ ਆਪਣੇ ਅੰਦਰੋਂ ਹਉਮੈ ਮਤਲਬ ਅਹੰਕਾਰ ਨੂੰ ਮਾਰ ਦੇਣਾ ਚਾਹੀਦਾ ਹੈ, ਤਾਂ ਹੀ ਤੂੰ ਪ੍ਰਭੂ ਦੇ ਨਾਲ ਇਕਮਿਕ ਹੋ ਕੇ ਅਮਰ ਹੋ ਸਕਦਾ ਹੈ। ਕਹੇ ਹੁਸੈਨ ਹਯਾਤੀ ਲੋੜੇ ਤਾਂ ਮਰਨ ਥੀ ਅੱਗੋਂ ਮਰਵੋ, ਕਿ ਅਗਰ ਜ਼ਿੰਦਗੀ ਚੰਗੀ ਜੀਣਾ ਚਾਹੁੰਦਾ ਹੈ ਤਾਂ ਇਨਸਾਨ ਨੂੰ ਆਪਣੇ ਅੰਦਰੋਂ ਜਿਹੜੀ ਆਪਣੀ ਨਫ਼ਰਤ ਹੈ, ਦੂਜਿਆਂ ਨਾਲ ਅਕੜ ਕਰਨੀ, ਆਪਣੇ ਅੰਦਰ ਅਹੰਕਾਰ ਉਸਨੂੰ ਖਤਮ ਕਰਕੇ ਹਲੀਮੀ ਆਪਣੇ ਅੰਦਰ ਧਾਰਨ ਕਰਨੀ ਚਾਹੀਦੀ, ਤਾਂ ਹੀ ਉਹ ਪ੍ਰਭੂ ਨਾਲ ਇਕਮਿਕ ਹੋ ਸਕਦਾ ਹੈ। ਸੋ ਇਹ ਪਹਿਲਾ ਸ਼ਾਹ ਹੁਸੈਨ ਜੀ ਦੇ 2 ਪੈਰੇ ਹੋ ਚੁੱਕੇ ਹਨ ਉਹਨਾਂ ਦੀ ਰਚਨਾ ਤੇ। ਹੁਣ ਤੀਸਰਾ ਹੈ, ਤੀਸਰੇ ਪੈਰੇ 'ਚ ਕਹਿ ਰਹੇ ਹਨ, ਸੱਜਣ ਦੇ ਗਲ ਬਾਂਹ ਅਸਾਡੀ ਕਿਉਂ ਕਰ ਰਾਖਾ ਛੱਡ ਵੇੜਿਆ। ਇੱਥੇ ਸੱਜਣ ਕਿਹਾ ਗਿਆ ਹੈ ਪਰਮਾਤਮਾ ਨੂੰ। ਇਸ ਤੀਸਰੇ ਪੈਰੇ ਵਿੱਚ ਜਿਹੜਾ ਇਹ ਕਾਫੀ ਹੈ ਨਾ, ਸੱਜਣ ਦੇ ਗਲ ਬਾਂਹ ਸਾਡੀ, ਇਸ ਵਿੱਚ ਸ਼ਾਹ ਹੁਸੈਨ ਜੀ ਨੇ ਇਸਤਰੀ ਰੂਪ ਵਿੱਚ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਪ੍ਰਭੂ ਦੇ ਨਾਲ ਆਪਣੇ ਪ੍ਰੇਮ ਦਾ, ਪਿਆਰ ਦਾ ਵਰਣਨ ਕੀਤਾ ਹੈ। ਉਹ ਕਹਿ ਰਹੇ ਹਨ ਕਿ ਮੇਰੀ ਬਾਂਹ ਹੈ, ਮੇਰੀ ਬਾਜੂ ਹੈ, ਮੇਰੇ ਪ੍ਰਭੂ ਦੇ ਗਲ ਵਿੱਚ ਪਈ ਹੋਈ ਹੈ। ਸੱਜਣ ਦੇ ਗਲ ਬਾਂਹ ਅਸਾਡੀ, ਅਸਾਡੀ ਮਤਲਬ ਮੇਰੀ ਜਿਹੜੀ ਬਾਂਹ ਹੈ ਮੇਰੇ ਪ੍ਰਭੂ ਦੇ ਗਲ ਵਿੱਚ ਪਈ ਹੋਈ ਹੈ, ਉਸ ਨੂੰ ਮੈਂ ਕੁੱਟ ਕੇ ਫੜਿਆ ਹੋਇਆ ਪਰਮਾਤਮਾ ਨੂੰ। ਕਿਉਂ ਕਰ ਆਖਾਂ ਛੱਡ ਵੇੜਿਆ, ਮੈਂ ਕਿਉਂ ਕਹਾਂ ਕਿ ਪਰਮਾਤਮਾ ਤੂੰ ਮੈਨੂੰ ਛੱਡ ਦੇ, ਮੇਰੀ ਬਾਂਹ ਨੂੰ ਪਰਾਂ ਕਰ ਦੇ। ਮੈਂ ਉਸ ਨੂੰ ਕੱਸ ਕੇ ਜਿਹੜਾ ਕਿ ਫੜਿਆ ਹੋਇਆ ਹੈ, ਔਰ ਉਸ ਪਰਮਾਤਮਾ ਦੇ ਗਲੇ 'ਚ ਬਾਂਹ ਪਾ ਕੇ ਮੈਨੂੰ ਜ਼ਿੰਦਗੀ ਦਾ ਬਹੁਤ ਵਧੀਆ ਆਨੰਦ ਮਿਲ ਰਿਹਾ ਹੈ, ਸਰੂਰ ਮਿਲ ਰਿਹਾ ਹੈ। ਪੋਸਤੀਆਂ ਦੇ ਪੋਸਤ ਵਾਂਗੂ, ਪੋਸਤੀ ਹੁੰਦੀ ਜਿਹੜਾ ਅਮਲੀ ਜਿਹੜੇ ਨਸ਼ਾ ਕਰਦੇ ਨੇ, ਪੋਸਤ ਯਾਨੀ ਕਿ ਨਸ਼ਾ। ਕਹਿੰਦੇ ਕਿ ਜਿਸ ਤਰ੍ਹਾਂ ਜਿਹੜਾ ਪੋਸਤੀ ਹੁੰਦਾ ਹੈ, ਅਮਲ ਕਰਨ ਵਾਲਾ ਹੈ, ਨਸ਼ਾ ਕਰਨ ਵਾਲਾ, ਨੂੰ ਨਸ਼ੇ ਦਾ ਅਸਰ ਹੁੰਦਾ ਹੈ, ਉਹ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਅਮਲ ਪਾਇਆ ਸਾਡੇ ਹੱਡ ਵੇੜਿਆ, ਹੱਡ ਮਤਲਬ ਸਾਡੇ ਸਰੀਰ ਵਿੱਚ, ਕਿ ਉਸੇ ਤਰ੍ਹਾਂ ਦਾ ਪ੍ਰਭੂ ਦੇ ਪਿਆਰ ਦਾ ਨਸ਼ਾ ਜਿਹੜਾ ਕਿ ਮੇਰੇ ਸਰੀਰ ਵਿੱਚ ਹੈ। ਤੇ ਮੈਂ ਕਿਉਂ ਕਹਾਂ ਕਿ ਪਰਮਾਤਮਾ ਤੂੰ ਮੈਨੂੰ ਛੱਡ ਦੇ, ਮੈਂ ਤੇਰੇ ਗਲੇ 'ਚ ਬਾਂਹ ਪਾਈ ਹੈ ਤੇ ਮੇਰੀ ਬਾਹਾਂ ਨੂੰ ਤੂੰ ਪਰਾਂ ਸੁੱਟ ਦੇ। ਮੈਂ ਨਹੀਂ ਕਹਿ ਸਕਦੀ, ਕਿਉਂਕਿ ਮੇਰੇ ਸਰੀਰ ਵਿੱਚ ਪ੍ਰਭੂ ਦੇ ਪਿਆਰ ਉਸੇ ਤਰ੍ਹਾਂ ਹੀ ਵੜਿਆ ਹੈ ਜਿਸ ਤਰ੍ਹਾਂ ਇੱਕ ਨਸ਼ੇ ਵਾਲੇ ਨੂੰ ਨਸ਼ੇ ਦੀ ਆਦਤ ਹੋਈ ਹੁੰਦੀ ਹੈ। ਰਾਮ ਨਾਮ ਦੇ ਸਿਮਰਨ ਬਿਨਾ, ਪ੍ਰਭੂ ਦੇ ਸਿਮਰਨ ਤੋਂ ਬਿਨਾ, ਇੱਥੇ ਰਾਮ ਨਾਮ ਗਿਆ ਕਿ ਪ੍ਰਭੂ ਦੀ ਭਗਤੀ ਤੋਂ ਬਿਨਾ ਜੀਵਨ ਦਾ ਕੀ ਹੱਜ ਵੇੜਿਆ। ਹੱਜ ਮਤਲਬ ਹਾਲ, ਜੀਵਨ ਦਾ ਕੀ ਹਾਲ ਹੈ। ਅਗਰ ਅਸੀਂ ਪ੍ਰਭੂ ਦਾ ਸਿਮਰਨ ਹੀ ਨਹੀਂ ਕੀਤਾ ਇਸ ਦੁਨੀਆ 'ਚ ਜਨਮ ਲੈ ਕੇ, ਤੇ ਸਾਡੇ ਜੀਵਨ 'ਚ ਜਿਹੜਾ ਜੀਵਨ ਜਿਉਣਾ, ਜੀਵਨ 'ਚ ਆਉਣਾ, ਜੀਵਨ ਦਾ ਹਾਲ ਬੇਕਾਰ ਹੈ, ਵਿਅਰਥ ਹੈ ਬਿਲਕੁਲ। ਕਹੇ ਹੁਸੈਨ ਫਕੀਰ ਸਾਈਂ ਦਾ ਸਾਹਿਬ ਦੇ ਲੜ ਲੱਗ ਵੇੜਿਆ। ਸਾਹਿਬ ਕਿਹਾ ਗਿਆ ਹੈ ਪਰਮਾਤਮਾ ਨੂੰ, ਕਿ ਸ਼ਾਹ ਹੁਸੈਨ ਜੀ ਕਹਿ ਰਹੇ ਕਿ ਮੈਂ ਆਪਣੀ ਇਸ ਕਾਫੀ ਵਿੱਚ ਇਹੀ ਕਹਿ ਰਿਹਾ ਕਿ ਹਰ ਇਨਸਾਨ ਨੂੰ ਪਰਮਾਤਮਾ ਦੇ ਲੜ, ਪਰਮਾਤਮਾ ਦੇ ਨਾਲ ਲੱਗਣਾ ਚਾਹੀਦਾ ਹੈ। ਉਸ ਤੋਂ ਬਿਨਾਂ ਸਾਡੇ ਜੀਵਨ 'ਚ ਕੁਝ ਵੀ ਜਿਹੜਾ ਹੈ ਨਹੀਂ ਹੋ ਸਕਦਾ। ਲਾਸਟ ਪੈਰਾ ਹੈ ਅਗਲਾ, ਅਨੀ ਜਿੰਦੇ ਮੈਂਡੜੀਏ। ਅਨੀ ਮਤਲਬ ਨੀ, ਜਿਸ ਤਰ੍ਹਾਂ ਸੰਬੋਧਿਤ ਕਰਦੇ ਕਹਿੰਦੇ ਨਾ ਨੀ, ਉਹ ਜਿੰਦੇ ਮਤਲਬ ਜ਼ਿੰਦਗੀ, ਮੈਂਡੜੀਏ ਮਤਲਬ ਮੇਰੀ, ਕਿ ਹੇ ਮੇਰੀ ਜ਼ਿੰਦਗੀ। ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਹੇ ਮੇਰੀ ਜਿੰਦੇ, ਤੇਰਾ ਨਲੀਆਂ ਦਾ ਵਕਤ ਵਿਖਾਣਾ। ਨਲੀਆਂ ਦਾ ਵਕਤ ਵਿਖਾਣਾ ਤੋਂ ਮਤਲਬ ਹੈ, ਵਕਤ ਵਿਹਾਣਾ ਜਿਹੜਾ ਸ਼ਬਦ ਹੈ ਇਸ ਦਾ ਅਰਥ ਹੈ ਵਿਹਾਣਾ ਮਤਲਬ ਬੀਤ ਗਿਆ, ਵਕਤ ਮਤਲਬ ਸਮੇਂ ਜਿਹੜਾ ਬੀਤਦਾ ਜਾਂਦਾ ਹੈ, ਕਿ ਤੇਰਾ ਨਲੀਆਂ ਵਟਣਾ ਅਰਥਾਤ ਨੇਕ ਅਮਲ ਕਰਨ ਦਾ ਵਕਤ ਜਿਹੜਾ ਹੈ ਬੀਤਦਾ ਜਾ ਰਿਹਾ ਹੈ। ਕਿ ਹੇ ਮੇਰੀ ਜ਼ਿੰਦਗੀ ਤੇਰਾ ਨਲੀਆਂ ਦਾ ਵਕਤ ਵਿਖਾਣਾ। ਨਲੀਆਂ ਮਤਲਬ ਚੰਗੇ ਕਰਮ ਕਰਨ ਦਾ ਜਿਹੜਾ ਤੇਰਾ ਸਮਾਂ ਹੈ, ਦਿਨ ਬ ਦਿਨ ਬੀਤਦਾ ਜਾ ਰਿਹਾ ਹੈ, ਸਮੇਂ ਬੀਤਦਾ ਜਾ ਰਿਹਾ ਹੈ। ਤੂੰ ਆਪਣਾ ਇਸ ਨੂੰ ਚੰਗੇ ਕਰਮ ਜਿਹੜੇ ਹੈ ਉਹ ਕਰ, ਆਪਣਾ ਟਾਈਮ ਜਿਹੜਾ ਵੇਸਟ ਨਾ ਕਰ। ਇਸ ਪੈਰੇ ਵਿੱਚ ਨਾ ਸ਼ਾਹ ਹੁਸੈਨ ਜੀ ਨੇ ਨਾਲ ਚਰਖੇ ਦਾ ਸਾਨੂੰ ਦੇ ਕੇ, ਇੱਕ ਚਿੰਨ੍ਹ ਦੇ ਕੇ ਉਸ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਤੀ ਕੱਤੇ ਕਿ ਤੂੰ ਰਾਤੀ ਬੈਠ ਕੇ ਜਿਹੜਾ ਕੀ ਹੈ ਚਰਖਾ ਚਲਾਨੀ ਹੈ। ਰਾਤੀ ਕੱਤੇ ਦਿਹੀ ਅਟੇਰੇ, ਦਿਹੀ ਮਤਲਬ ਦਿਨ ਵੇਲੇ ਤੂੰ ਸਾਰਾ ਉਸ ਨੂੰ ਇਕੱਠਾ ਕਰਦੀ, ਜੋ ਵੀ ਤੂੰ ਰਾਤੀ ਕੱਤਿਆ ਹੈ, ਜਿੰਨਾ ਵੀ ਤੂੰ ਧਾਗਾ ਬਣਾਇਆ, ਸੂਤ ਦਾ ਧਾਗਾ ਬਣਾਇਆ, ਉਹਨੂੰ ਸਾਰਾ ਇਕੱਠਾ ਕਰਦੀ ਹੈ। ਗੋਸ਼ੇ ਲਾਇਓ ਤਾਣਾ, ਗੋਸ਼ੇ ਮਤਲਬ ਉਹਨਾਂ ਦੇ ਢੇਰ ਬਣਾ ਕੇ ਤੂੰ ਲਾਈ ਜਾ ਰਹੀ ਹਾਂ।
ਕਹਿਣ ਦਾ ਭਾਵ ਹੈ ਕਿ ਤੂੰ ਉਮਰ ਭਰ ਰਾਤ ਦਿਨ ਦੁਨਿਆਵੀ ਝਮੇਲਿਆਂ ਦਾ ਚਰਖਾ ਕੱਤਦੀ ਹੈ, ਕਿ ਦੁਨੀਆ 'ਚ ਅਸੀਂ ਦਿਨ ਰਾਤ ਆਪਣੇ ਦੁਨਿਆਵੀ ਕੰਮਾਂ 'ਚ ਲੱਗੇ ਰਹਿੰਦੇ ਹਾਂ, ਇਕੱਠੇ ਕਰਦੇ ਰਹਿੰਦੇ ਹਾਂ ਕਿ ਹੁਣ ਆਹ ਕੰਮ ਕਰ ਲਿਆ, ਅਸੀਂ ਆਹ ਰੋਟੀ ਖਾ ਲਈ, ਸਕੂਲ ਚਲੇ ਗਏ, ਪੜ੍ਹ ਲਿਆ, ਦੁਕਾਨ 'ਤੇ ਚਲੇ ਗਏ, ਆਪਣਾ ਬਿਜ਼ਨਸ ਕਰ ਲਿਆ, ਘਰ ਦਾ ਕੰਮ ਕਰ ਲਿਆ, ਕਿਤੇ ਦੋਸਤਾਂ ਨਾਲ ਚਲੇ ਗਏ। ਅਸੀਂ ਸਾਰਾ ਦਿਨ ਰਾਤ ਇਹੀ ਕੰਮ ਕਰਦੇ ਰਹਿੰਦੇ ਹਾਂ, ਅਸੀਂ ਇਸੇ ਕੰਮ ਨੂੰ ਗਿਣਦੇ ਰਹਿੰਦੇ ਹਾਂ, ਮੇਰਾ ਇੰਨਾ ਕੰਮ ਹੋ ਗਿਆ, ਆਹ ਰਹਿ ਗਿਆ, ਅੱਜ ਮੈਂ ਇੱਥੇ ਜਾਣਾ ਸੀ, ਅੱਜ ਮੈਂ ਉਹਨੂੰ ਮਿਲਣਾ ਸੀ, ਉਹ ਮਿਲ ਲਿਆ। ਲੇਕਿਨ ਜਿਹੜਾ ਅਸਲੀ ਕੰਮ ਹੈ ਪਰਮਾਤਮਾ ਦਾ ਸਿਮਰਨ ਕਰਨਾ, ਉਹ ਅਸੀਂ ਭੁੱਲ ਜਾਂਦੇ ਹਾਂ। ਕੋਈ ਜੋ ਤੰਦ ਪਾਈ ਅਵੱਲੀ, ਅਵੱਲੀ ਹੁੰਦਾ ਗਲਤ, ਕੋਈ ਗਲਤ ਤਰੀਕਾ ਗਲਾ ਕਰਨਾ। ਕਹਿੰਦੇ ਜਿਸ ਤਰ੍ਹਾਂ ਚਰਖਾ ਚਲਾਉਂਦੇ ਚਲਾਉਂਦੇ ਜਿਹੜੀ ਅਸੀਂ ਤੰਦ ਪਾਉਂਦੇ ਹਾਂ, ਸੂਤ ਦਾ ਧਾਗਾ ਬਣਾਉਣ 'ਚ ਜਿਹੜਾ ਧਾਗਾ ਪਾਉਂਦੇ ਹਾਂ, ਜੇ ਅਸੀਂ ਗਲਤ ਧਾਗਾ ਪਾ ਲਈਏ ਤਾਂ ਉਹ ਸਾਰਾ ਚਰਖੇ ਦਾ ਧਾਗਾ ਜਿਹੜਾ ਖਰਾਬ ਹੋ ਜਾਏਗਾ। ਜਾਂ ਜਿਵੇਂ ਕੋਈ ਵੀ ਮਸ਼ੀਨ ਤੁਸੀਂ ਲੈ ਲਓ, ਚਾਹੇ ਕੱਪੜੇ ਸਿਲਣ ਵਾਲੀ ਮਸ਼ੀਨ, ਉਹ 'ਚ ਵੀ ਧਾਗਾ ਗਲਤ ਪਾ ਦਿਓ ਤਾਂ ਕੱਪੜਾ ਨਹੀਂ ਸਿਏਗੀ। ਕੱਪੜੇ ਧੋਣ ਵਾਲੀ ਮਸ਼ੀਨ, ਉਹ 'ਚ ਚੀਜ਼ ਗਲਤ ਤਰੀਕੇ ਨਾਲ ਪਾ ਦਿਓ ਤਾਂ ਕੱਪੜੇ ਧੁੱਪੇਗੇ, ਧੋਣ ਸਹੀ ਨਹੀਂ ਧੁੱਪ ਕੇ ਆਉਣਗੇ। ਉਸੇ ਤਰ੍ਹਾਂ ਜੇ ਅਸੀਂ ਜ਼ਿੰਦਗੀ ਵਿੱਚ ਚੰਗੇ ਕਰਮ ਕਰਦੇ ਕਰਦੇ ਪੁੱਠੇ ਰਾਹੇ ਪੈ ਜਾਈਏ ਜਾਂ ਅਸੀਂ ਗਲਤ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਸਾਹਿਬ ਮੂਲ ਨਾ ਪਾਣਾ, ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗੇਗਾ। ਜਿਸ ਤਰ੍ਹਾਂ ਕੋਈ ਬੱਚਾ ਕਲਾਸ ਵਿੱਚ ਹੈ, ਨਹੀਂ ਪੜ੍ਹਦਾ, ਤੁਸੀਂ ਟੀਚਰ ਨੂੰ ਨਹੀਂ ਪਸੰਦ ਆਉਂਦਾ, ਜਾਂ ਬੱਚਾ ਕੋਈ ਘਰ ਵਿੱਚ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦਾ ਤਾਂ ਉਸਦੇ ਮਾਤਾ ਪਿਤਾ ਨੂੰ ਨਹੀਂ ਪਸੰਦ ਆਉਂਦਾ ਵੀ ਕਿਉਂ ਨਹੀਂ ਸਾਡਾ ਕਹਿਣਾ ਮੰਨਦਾ, ਕਿਉਂ ਚੰਗਾ ਕੰਮ ਨਹੀਂ ਕਰਦਾ। ਉਸੇ ਤਰ੍ਹਾਂ ਅਸੀਂ ਅਗਰ ਜ਼ਿੰਦਗੀ ਵਿੱਚ ਇੱਕ ਗਲਤ ਕੰਮ ਕਰਾਂਗੇ ਤਾਂ ਉਸ ਪਰਮਾਤਮਾ ਨੂੰ ਪਸੰਦ ਨਹੀਂ ਆਏਗਾ। ਚੀਰੀ ਆਈ, ਚੀਰੀ ਤਾਂ ਇੱਥੇ ਭਾਵ ਹੈ ਜਦੋਂ ਮੌਤ ਆਏਗੀ। ਚੀਰੀ ਆਈ ਢਿੱਲ ਨਾ ਕਾਈ, ਕਿ ਜਦੋਂ ਮੌਤ ਆਈ ਨਾ ਤੁਸੀਂ ਉਸ ਮੌਤ ਨੂੰ ਕਹੋਗੇ 2 ਮਿੰਟ ਰੁਕ ਜਾ, 4 ਮਿੰਟ ਰੁਕ ਜਾ, ਮੈਨੂੰ 1 ਦਿਨ ਦਾ ਟਾਈਮ ਦੇ ਦੇ। ਮੌਤ ਨੇ ਨਹੀਂ ਰੁਕਣਾ। ਮੌਤ ਜਿਸ ਵਕਤ ਆਈ ਉਸਨੇ ਨਾਲ ਲੈ ਕੇ ਜਾਣਾ। ਕਿਆ ਰਾਜਾ ਕਿਆ ਰਾਣਾ। ਰਾਣਾ ਮਤਲਬ ਕੋਈ ਫਕੀਰ ਜਾਂ ਆਮ ਲੋਕ, ਯਾਨੀ ਕਿ ਚਾਹੇ ਕੋਈ ਰਾਜਾ ਹੋਏ ਚਾਹੇ ਕੋਈ ਫਕੀਰ ਹੋਏ, ਜਦੋਂ ਮੌਤ ਆਈ ਨਾ ਉਹਨੇ ਰਾਜੇ ਨੂੰ ਵੀ ਨਾਲ ਲੈ ਕੇ ਜਾਣਾ, ਉਹਨੇ ਗਰੀਬ ਨੂੰ ਵੀ ਨਾਲ ਲੈ ਕੇ ਜਾਣਾ, ਉਹਨੇ ਸਮੇਂ ਨਹੀਂ ਦੇਣਾ। ਕਹੇ ਹੁਸੈਨ ਫਕੀਰ ਸਾਈ ਦਾ ਡਾਢੇ ਦਾ ਰੌਣੇ ਮਾਣਾ, ਕਿ ਹਕਸਾਂ ਹੁਸੈਨ ਜੀ ਕਹਿ ਰਹੇ ਨੇ ਕਿ ਅੰਤ ਵਿੱਚੋਂ ਕਹਿ ਰਹੇ ਨੇ ਕਿ ਪਰਮਾਤਮਾ ਬੜਾ ਡਾਢਾ ਹੈ। ਡਾਢਾ ਮਤਲਬ ਗੁੱਸੇ ਵਾਲਾ ਵੀ ਹੈ, ਸਖਤ ਵੀ ਹੈ, ਕਿ ਪਰਮਾਤਮਾ ਬੜਾ ਡਾਢਾ ਹੈ। ਉਸਦੇ ਭਾਣੇ ਅੱਗੇ ਤੈਨੂੰ ਨਿਮਾਣੀ ਬਣ ਕੇ ਚੱਲਣਾ ਪਏਗਾ, ਕਿ ਜੇ ਪਰਮਾਤਮਾ ਨੇ ਜੋ ਲਿਖਿਆ ਹੈ ਉਸਨੂੰ ਮੰਨਣਾ ਹੀ ਪਏਗਾ, ਉਸੇ ਅਨੁਸਾਰ ਕਰਨਾ ਹੀ ਪਏਗਾ। ਤੈਨੂੰ ਮੌਤ ਤੋਂ ਕੋਈ ਨਹੀਂ ਬਚਾ ਸਕੇਗਾ। ਇਸ ਲਈ ਸੰਸਾਰਿਕ ਝਮੇਲਿਆਂ ਨੂੰ ਛੱਡ ਕੇ ਨਾਮ ਸਿਮਰਨ ਦੀ ਕਮਾਈ ਕਰ ਔਰ ਚੰਗੇ ਕਰਮ ਵਿੱਚ ਆਪਣਾ ਜਿਹੜਾ ਕੀ ਹੈ ਸਮੇਂ ਲਗਾਉਣਾ ਚਾਹੀਦਾ ਹੈ। ਮਾੜੇ ਕਰਮਾਂ ਵਿੱਚ ਜਿਹੜਾ ਸਮੇਂ ਨਾ ਲਗਾਉਣਾ ਚਾਹੀਦਾ ਹੈ ਔਰ ਪਰਮਾਤਮਾ ਦੇ ਦੱਸੇ ਰਸਤੇ 'ਤੇ ਹੀ ਸਾਨੂੰ ਚੱਲਣਾ ਚਾਹੀਦਾ ਹੈ। ਸੋ ਇਹ ਸੀ ਸਾਰੀ ਕਾਫੀ ਸ਼ਾਹ ਹੁਸੈਨ ਜੀ ਦੀ। ਉਮੀਦ ਕਰ ਰਹੀ ਤੁਹਾਨੂੰ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਉਸਨੂੰ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਦਿਓ, ਮੈਂ ਉਸਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।